ਧੱਕਾ ਨਹੀਂ ਚੱਲਣ ਦਿੰਦੇ, ਅਸੀਂ ਧੱਕਾ ਨਹੀਂ ਚੱਲਣ ਦਿੰਦੇ। ਅਸੀਂ ਜਦੋਂ ਜਸਵੰਤ ਮਿਲੇ ਬੰਦਾ ਫੜਿਆ, ਇੱਕ ਮਿੰਟ ਭਾਈ, ਇੱਕ ਮਿੰਟ ਸਰ, ਇੱਥੇ ਲੋਕ ਤਾਂ ਧੱਕਾ ਗਲਾ ਕੁੱਟੇ ਜਾਂਦੇ ਆ, ਇੱਥੇ ਗਰੀਬਾਂ ਦਾ ਗਲਾ ਕੁੱਟਿਆ ਜਾ ਰਿਹਾ। ਇੱਕ ਮਿੰਟ ਸਵਾਗਤ ਹੈ ਜੀ ਤੁਹਾਡਾ। ਚੋਣਾਂ ਨੂੰ ਲੈ ਕੇ ਅੱਜ ਭਵਾਨੀਗੜ੍ਹ ਵਿਖੇ ਮਾਹੌਲ ਪੂਰਾ ਗਰਮਾਇਆ ਹੋਇਆ ਹੈ। ਜਾਲੀ ਵੋਟਾਂ ਨੂੰ ਲੈ ਕੇ ਵਾਰਡ ਨੰਬਰ 10 ਤੇ 11 'ਚ ਪੂਰਾ ਹੰਗਾਮਾ ਹੋਇਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਤਾਰੀ ਨੇ ਕਾਂਗਰਸ 'ਤੇ ਗੰਭੀਰ ਦੋਸ਼ ਲਾਉਂਦੇ ਆਖਿਆ ਕਿ ਜਾਲੀ ਵੋਟਾਂ ਕਾਂਗਰਸ ਪਾਰਟੀ ਵੱਲੋਂ ਭੁਗਤਾਈਆਂ ਜਾ ਰਹੀਆਂ ਨੇ ਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਉਹਨਾਂ ਦੀ ਧਰਮ ਪਤਨੀ ਦੀ ਵੋਟ ਵੀ ਕੋਈ ਜਾਲੀ ਪਾ ਗਿਆ ਹੈ। ਮੌਕੇ ਤੇ ਪੁੱਜੇ ਭਾਜਪਾ ਆਗੂ ਦਾ ਵੀ ਕਿਸਾਨਾਂ ਨੇ ਵਿਰੋਧ ਕੀਤਾ। ਇਸ ਮੌਕੇ ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਇਹ ਕਿਸਾਨ ਨਹੀਂ, ਇਹ ਕਾਂਗਰਸ ਪਾਰਟੀ ਦੇ ਵਰਕਰ ਹਨ। ਕੁੱਲ ਮਿਲਾ ਕੇ ਮਾਮਲਾ ਭਖਿਆ ਹੋਇਆ ਹੈ, ਗਰਾਊਂਡ ਗਰਮ ਹੈ। ਦੇਖਦੇ ਹਾਂ ਸ਼ਾਮ ਤੱਕ ਕੀ ਅਤੇ ਕਿੱਥੋਂ ਕਿਸ ਤਰ੍ਹਾਂ ਦੀਆਂ ਰਿਪੋਰਟਾਂ ਆਉਂਦੀਆਂ ਹਨ। ਮਾਲਵਾ MB TV ਤੋਂ ਗੁਰਵਿੰਦਰ ਸਿੰਘ ਰੋਮੀ ਦੀ ਰਿਪੋਰਟ। ਜੋ ਵੀ ਸਾਡੀ ਪੋਲਿੰਗ ਹੈ ਉਹ ਠੀਕ ਚੱਲ ਰਹੀ ਸੀ, ਉਸ ਹਿਸਾਬ ਨਾਲ ਕਰ ਰਹੇ ਸੀ। ਲੇਕਿਨ ਜਦੋਂ ਉਹਦਾ ਟਾਈਮ ਆਇਆ ਵੀ ਉਹ ਵੋਟ ਪਾਉਣ ਅੰਦਰ ਗਿਆ ਤਾਂ ਉੱਥੇ ਪ੍ਰੈਜ਼ਾਈਡਿੰਗ ਅਫਸਰ ਜਾਂ ਉੱਥੇ ਜਿਹੜੇ ਅਧਿਕਾਰੀ ਬੈਠੇ ਨੇ ਉਹਨੂੰ ਕਹਿੰਦੇ ਨੇ ਵੀ ਤੇਰੀ ਤਾਂ ਵੋਟ ਪੈ ਗਈ। ਉਹ ਕਹਿੰਦਾ ਜੀ ਮੈਂ ਤਾਂ ਹਜੇ ਬਾਹਰ ਖੜਾ, ਮੈਂ ਤਾਂ ਹਜੇ ਵੋਟਾਂ ਆਪਣੀਆਂ ਪਵਾ ਰਿਹਾ ਲੋਕਾਂ ਤੋਂ, ਮੇਰੇ ਵਾਰਡ ਦੇ ਤੋਂ, ਤੇ ਮੇਰੀ ਵੋਟ ਕਿੱਥੋਂ ਪੈ ਗਈ ਆ? ਮੇਰੇ ਹੱਥਾਂ ਦੇ ਨਿਸ਼ਾਨ ਦਿਖਾਓ ਮੈਨੂੰ, ਕਿਤੇ ਲਾਇਆ ਕਿਸੇ ਨੇ। ਉਹ ਕਹਿੰਦੇ ਜੀ ਤੇਰੀ ਵੋਟ ਤਾਂ ਭੁਗਤ ਗਈ। ਫਿਰ ਉਹਨੇ ਆਪਣੀ ਵਾਈਫ ਦੀ ਵੋਟ ਦੀ ਇਨਕੁਆਇਰੀ ਕੀਤੀ, ਉਹ ਵੀ ਭੁਗਤ ਗਈ। ਸੋ ਜਿਹੜੀ ਇਹਨਾਂ ਦੀ ਮਨਸਾ ਹੈ ਕਾਂਗਰਸੀਆਂ ਦੀ, ਉਹ ਬਿਲਕੁਲ ਇਸ ਗੱਲ ਤੋਂ ਕਲੀਅਰ ਹੋ ਰਹੀ ਹੈ। ਇਹ ਇਲੈਕਸ਼ਨ 10 ਨੰਬਰ ਬੂਥ ਦੀ, ਔਰ ਜਿੱਥੇ ਇਹਨਾਂ ਨੇ ਜਾਲੀ ਵੋਟਾਂ ਭੁਗਤਾਈਆਂ ਨੇ ਹਰੇਕ ਬੂਥ ਦੇ ਉੱਤੇ, ਇਹ ਨਗਰ ਕੌਂਸਲ ਦੀ ਇਲੈਕਸ਼ਨ ਹੈ, ਇਹ ਕੈਂਸਲ ਹੋਣੀ ਚਾਹੀਦੀ ਹੈ। ਮੇਰੇ ਵਿਨਮਰਤਾ ਨਾਲ ਬੇਨਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਇਹਦਾ ਪੂਰਾ ਗੰਭੀਰ ਨੋਟਿਸ ਲੈਣ ਵੀ ਇੱਕ ਕੈਂਡੀਡੇਟ ਕਿਸੇ ਪਾਰਟੀ ਦਾ, ਨੈਸ਼ਨਲ ਪਾਰਟੀ ਦਾ ਖੜਾ ਹੈ, ਉਸ ਦੀ ਵੋਟ ਵੀ ਤੁਸੀਂ ਜਾਲੀ ਪਾਉਂਦੇ। ਜਦੋਂ ਸਾਨੂੰ ਪਤਾ ਲੱਗਿਆ ਵਾਰਡ ਨੰਬਰ 10 ਤੋਂ ਭਾਰਤੀ ਜਨਤਾ ਪਾਰਟੀ ਦਾ ਸਾਡਾ ਉਮੀਦਵਾਰ ਰਾਮ ਸਿੰਘ ਉਹ ਇਲੈਕਸ਼ਨ ਲੜ ਰਿਹਾ, ਅਸੀਂ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਬੂਥਾਂ 'ਤੇ ਖੜੇ, ਜੋ ਵੀ ਸਾਡੀ ਪੋਲਿੰਗ ਹੈ ਉਹ ਠੀਕ ਚੱਲ ਰਹੀ ਸੀ, ਉਸ ਹਿਸਾਬ ਨਾਲ ਕਰ ਰਹੇ ਸੀ। ਲੇਕਿਨ ਜਦੋਂ ਉਹਦਾ ਟਾਈਮ ਆਇਆ ਵੀ ਉਹ ਵੋਟ ਪਾਉਣ ਅੰਦਰ ਗਿਆ ਤਾਂ ਉੱਥੇ ਪ੍ਰੈਜ਼ਾਈਡਿੰਗ ਅਫਸਰ ਜਾਂ ਉੱਥੇ ਜਿਹੜੇ ਅਧਿਕਾਰੀ ਬੈਠੇ ਨੇ ਉਹਨੂੰ ਕਹਿੰਦੇ ਨੇ ਵੀ ਤੇਰੀ ਤਾਂ ਵੋਟ ਪੈ ਗਈ। ਉਹ ਕਹਿੰਦਾ ਜੀ ਮੈਂ ਤਾਂ ਹਜੇ ਬਾਹਰ ਖੜਾ, ਮੈਂ ਤਾਂ ਹਜੇ ਵੋਟਾਂ ਆਪਣੀਆਂ ਪਵਾ ਰਿਹਾ ਲੋਕਾਂ ਤੋਂ, ਮੇਰੇ ਵਾਰਡ ਦੇ ਤੋਂ, ਤੇ ਮੇਰੀ ਵੋਟ ਕਿੱਥੋਂ ਪੈ ਗਈ ਆ? ਮੇਰੇ ਹੱਥਾਂ ਦੇ ਨਿਸ਼ਾਨ ਦਿਖਾਓ ਮੈਨੂੰ, ਕਿਤੇ ਲਾਇਆ ਕਿਸੇ ਨੇ। ਉਹ ਕਹਿੰਦੇ ਜੀ ਤੇਰੀ ਵੋਟ ਤਾਂ ਭੁਗਤ ਗਈ। ਫਿਰ ਉਹਨੇ ਆਪਣੀ ਵਾਈਫ ਦੀ ਵੋਟ ਦੀ ਇਨਕੁਆਇਰੀ ਕੀਤੀ, ਉਹ ਵੀ ਭੁਗਤ ਗਈ। ਸੋ ਜਿਹੜੀ ਇਹਨਾਂ ਦੀ ਮਨਸਾ ਹੈ ਕਾਂਗਰਸੀਆਂ ਦੀ, ਉਹ ਬਿਲਕੁਲ ਇਸ ਗੱਲ ਤੋਂ ਕਲੀਅਰ ਹੋ ਰਹੀ ਹੈ। ਇਹ ਇਲੈਕਸ਼ਨ 10 ਨੰਬਰ ਬੂਥ ਦੀ, ਔਰ ਜਿੱਥੇ ਇਹਨਾਂ ਨੇ ਜਾਲੀ ਵੋਟਾਂ ਭੁਗਤਾਈਆਂ ਨੇ ਹਰੇਕ ਬੂਥ ਦੇ ਉੱਤੇ, ਇਹ ਨਗਰ ਕੌਂਸਲ ਦੀ ਇਲੈਕਸ਼ਨ ਹੈ, ਇਹ ਕੈਂਸਲ ਹੋਣੀ ਚਾਹੀਦੀ ਹੈ। ਮੇਰੇ ਵਿਨਮਰਤਾ ਨਾਲ ਬੇਨਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਇਹਦਾ ਪੂਰਾ ਗੰਭੀਰ ਨੋਟਿਸ ਲੈਣ ਵੀ ਇੱਕ ਕੈਂਡੀਡੇਟ ਕਿਸੇ ਪਾਰਟੀ ਦਾ, ਨੈਸ਼ਨਲ ਪਾਰਟੀ ਦਾ ਖੜਾ ਹੈ, ਉਸ ਦੀ ਵੋਟ ਵੀ ਤੁਸੀਂ ਜਾਲੀ ਪਵਾਤੀ। ਕਾਂਗਰਸੀਆਂ ਨੇ ਉਹਨਾਂ ਦੇ ਜਿਹੜੇ ਗੁੰਡੇ ਸੀ, ਇਸ ਦਾ ਬਦਮਾਸ਼ ਕਵਾਂਗੇ। ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ, ਕਾਂਗਰਸ ਨੂੰ ਇਲੈਕਸ਼ਨ ਕਰਾਉਣ ਦੀ ਕੀ ਲੋੜ ਹੁੰਦੀ ਆ? ਉਹੀ ਨੋਮੀਨੇਟ ਕਰ ਦਿਆ ਕਰੇ ਇਲੈਕਸ਼ਨ। ਇਹ ਗੁੰਡਿਆਂ ਦੇ ਹੱਥ 'ਤੇ ਜਿੱਤੂਗੀ। ਜੋ ਸਾਡੇ ਵਾਰਡ ਨੰਬਰ 10 ਦਾ ਕੈਂਡੀਡੇਟ ਰਾਮ ਸਿੰਘ, ਉਹਦੀ ਵੋਟ, ਉਹਦੀ ਘਰ ਵਾਲੀ ਦੀ ਵੋਟ ਇਹਨਾਂ ਨੇ ਆਪ ਜਾਲੀ ਵੋਟ ਪਵਾ ਲਈ। ਉਹਦੇ ਵਾਸਤੇ ਅਸੀਂ ਅਫਸਰ ਨਾਲ, ਪ੍ਰੋਜੈਕਟਿੰਗ ਆਫਿਸਰ ਨਾਲ ਗੱਲ ਕਰਨਗੇ ਕਿ ਆਹ ਕਿਵੇਂ ਵੋਟ ਪਈ ਆ। ਇਹਨਾਂ ਨੇ ਨਾਲ ਦੀ ਨਾਲ ਆਪਦੇ ਬੰਦੇ ਸਾਡੇ ਮਗਰ ਪਾਤੇ ਕਾਂਗਰਸ ਦਾ ਮੁੱਦਾ ਲੈ ਕੇ। ਨੰਬਰ ਵਾਰਡ ਆ ਜੀ, ਨਾਲ ਤਾਂ ਕੋਈ ਮੇਰੀ ਵੋਟ ਪਾ ਗਏ, ਨਾਲੇ ਮੇਰੀ ਮੈਸੇਜ ਦੀ ਪਾ ਗਏ। ਬੂਥ ਨੰਬਰ 12 400 ਨੰਬਰ ਵੋਟ ਸੀਗੀ, ਉਹ ਵੋਟ ਪਹਿਲਾਂ ਭੁੱਖ ਚੁੱਕੀ ਸੀਗੀ। ਕਾਂਗਰਸੀਆਂ ਨੇ ਉੱਥੋਂ ਪਰਚੀ ਦਿੱਤੀ ਆ, ਮੁੰਡਾ ਮੰਨਿਆ, ਕਹਿੰਦਾ ਮੈਂ ਉਹ ਪੋਲਿੰਗ ਉੱਥੋਂ ਪਰਚੀ ਲੈ ਕੇ ਆਏਗਾ। ਉੱਥੋਂ ਲੈ ਕੇ ਅੰਦਰ ਜੋ ਸਾਡੇ ਪੋਲਿੰਗ ਏਜੰਟ ਨੇ ਕਿਹਾ ਵੀ ਇਹ 400 ਨੰਬਰ ਵੋਟ ਭੁੱਖ ਚੁੱਕੀ ਹੈ, ਤਾਂ ਉਹਨੂੰ ਉੱਥੇ ਹੀ ਫੜ ਲਿਆ ਸਾਡੇ ਵਲੰਟੀਅਰ ਨੇ। ਠੀਕ ਹੈ ਕਿ ਨਾ? ਆ ਜਿਹੜੇ ਕਾਂਗਰਸ ਦੇ ਵਲੰਟੀਅਰ ਤੇ ਗਏ, ਕਾਂਗਰਸ ਦੇ ਜਿਹੜੇ ਵਲੰਟੀਅਰ ਤੇ ਕਹਿੰਦੇ ਵੀ ਆਹ ਭੁਗਤੀ ਨਹੀਂ, ਵੋਟ ਭੁਗਤੀ ਨਹੀਂ। ਸਾਡੇ ਵਾਲੇ ਜਿਹੜੇ ਵਲੰਟੀਅਰ ਨੇ ਜਾਂ ਅਕਾਲੀ ਦਲ ਦੇ ਜਾਂ ਤੇ ਬੈਠੇ ਨੇ, ਉਹ ਕੱਲੀ ਵੋਟ ਨੂੰ ਟਿਕ ਕਰ ਰਹੇ ਨੇਗੇ। ਤਾਂ ਜਿਸ ਵਕਤ ਉਹ 400 ਨੰਬਰ ਉਹਨਾਂ ਨੇ ਚੈੱਕ ਕਰੀ ਤਾਂ ਉਹ ਟਿਕ ਕੀਤੀ ਸੀ, ਵੋਟ ਭੁਗ ਚੁੱਕੀ ਸੀਗੀ। ਤਾਂ ਜਦੋਂ ਅਸੀਂ ਉਹਨੂੰ ਫੜਿਆ ਤਾਂ ਇਹ ਕਾਂਗਰਸੀ
ਖੁਦ ਆ ਕੇ ਉਹ ਖੁਦ ਆ ਕੇ ਮੈਨੂੰ ਕਹਿੰਦੇ ਛੱਡ ਯਾਰ ਮੈਂ ਕਿਉਂ ਛੱਡੀਏ ਇੱਥੇ ਕਾਂਗਰਸੀ ਤੁਹਾਨੂੰ ਮੈਂ ਦੱਸ ਦਿੰਦਾ ਪਿੰਡਾਂ ਦੇ ਵਿੱਚੋਂ ਪਿੰਡਾਂ ਚੋਂ ਖੜਕੇ ਨੇ ਇਕੱਠੇ ਪਿੰਡਾਂ ਚੋਂ ਇੱਕ ਹਾਰ ਬੁਖਲਾਈ ਹੋਈ ਹੈ ਨਾ ਕਾਂਗਰਸੀਆਂ ਨੂੰ ਉੱਥੇ ਕੈਂਡੀਡੇਟ ਜਾਂ ਹੋਰ ਆ ਕਿਸੇ ਨੇ ਵੀ ਇਹੀ ਕੋਈ ਗੱਲ ਨਹੀਂ ਦੱਸੀ ਸਾਨੂੰ ਵੀ ਕੋਈ ਜਾਲੀ ਵੋਟ ਆ ਅਮਨ ਸ਼ਾਹ ਦੇ ਨਾਲ ਜੀ ਆਪ ਗੇਟ ਘੇਰ ਰਹੇ ਨੇ ਮੈਨੂੰ ਕਿਹਾ ਜੇ ਕੋਈ ਗੱਲ ਹੈ ਕੋਈ ਕੰਪਲੇਂਟ ਰਿਟਨ ਚ ਦੇ ਦਿਓ ਕੋਈ ਧੱਕਾ ਮੁੱਕੀ ਦਾ ਰੋਬ ਵੀ ਲਾ ਨਾ ਕੋਈ ਇਦਾਂ ਦਾ ਸਾਡੇ ਤਾਂ ਨਹੀਂ ਧਿਆਨ ਚਾਹੀ ਨਾ ਕਿਸੇ ਨੇ ਸਾਡੇ ਕੋਲ ਕੰਪਲੇਂਟ ਦੇ ਨਾ ਹੀ ਜਿਹੜੇ ਵੋਟ ਦੀ ਗੱਲ ਕਰ ਸਕਦੀਆਂ ਜਿਹੜੀਆਂ ਚੋਣਾਂ ਦੇ ਵਿੱਚ ਪੋਲਿੰਗ ਹੋ ਰਹੀ ਹੈ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਜਿਹੜੇ ਇੱਕ ਕੈਬਨਿਟ ਰੈਂਕ ਦੇ ਡੈਕੋਰਮ ਨੂੰ ਮੈਂ ਸਮਝਦਾ ਬਹੁਤ ਨੀਵੇਂ ਪੱਧਰ ਤੱਕ ਲੈ ਕੇ ਗਏ ਨੇ ਨਹੀਂ ਚਾਹੀਦਾ ਜੇ ਉਹ ਸੱਤਾ ਦੇ ਵਿੱਚ ਨੇ ਔਰ ਇਸ ਗੱਲ ਦਾ ਉਹਨਾਂ ਨੂੰ ਗੁਮਾਨ ਹੈ ਕਿ ਮੈਂ ਬਹੁਤ ਜ਼ਿਆਦਾ ਵਿਕਾਸ ਕਰਤਾ ਤੇ ਮੈਂ ਤਾਂ ਹੈਰਾਨ ਹਾਂ ਕਿ ਉਹਨਾਂ ਦੀ ਆਮ ਪਰਿਵਾਰਾਂ ਦੇ ਘਰਾਂ ਤੇ ਦਬਸ ਮਾਰ ਲਈ ਕਿਸੇ ਨੂੰ ਗ੍ਰਾਂਟਾਂ ਦਾ ਲੋਲੀਪੌਪ ਦੇਤਾ ਤੇ ਪ੍ਰਸ਼ਾਸਨ ਨੂੰ ਮੈਂ ਤਾੜਨਾ ਕੀਤੀ ਹੈ ਕਿ 8-7 ਮਹੀਨੇ ਸਰਕਾਰ ਬਦਲ ਜਾਣੀ ਹੈ ਤੇ ਫਿਰ ਤੁਸੀਂ ਇਹ ਦੇਖ ਲਓ ਵੀ ਜਿਹੜੇ ਬੰਦੇ ਹੁਣ ਕਰਮਚਾਰੀ ਜਾਂ ਅਧਿਕਾਰੀ ਜਿਹੜੇ ਨੇ ਨਾ ਇਸ ਤਰ੍ਹਾਂ ਦੀਆਂ ਮਾੜੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਫਿਰ ਉਹਦੇ ਨਤੀਜੇ ਭੁਗਤਣੇ ਪੈਣੇ ਨੇ ਅੱਜ ਪੋਲਿੰਗ ਹੋ ਰਹੀ ਹੈ ਤੁਸੀਂ ਹੈਰਾਨ ਮੰਨੋਗੇ ਕਿ ਮੈਂ ਸਾਰੇ ਜਿੰਦਾਬਾਦ